Hello students, today we will continue the chapter A President Speaks. In the previous video, we talked about what Dr. Abdul Kalam is saying about India. He had told us that he had three visions for India, and the first vision was freedom, second was development, and today we will talk about the third vision. So he's saying that I have a third vision for India. We are starting from here. I have a third vision. So what is the third vision? That is India must stand up to the world. What ਤੀਜਾ ਵਿਜ਼ਨ ਕੀ ਹੈ? ਇੰਡੀਆ ਮਸਟ ਸਟੈਂਡ ਅਪ ਟੂ ਦ ਵਰਲਡ ਕਿ ਇੰਡੀਆ ਨੂੰ ਦੁਨੀਆ ਦੇ ਬਰਾਬਰ ਖੜਾ ਹੋਣਾ ਚਾਹੀਦਾ ਹੈ ਬਿਕੋਜ਼ ਆਈ ਬਿਲੀਵ ਦੈਟ ਅਨਲੈਸ ਇੰਡੀਆ ਸਟੈਂਡਸ ਅਪ ਟੂ ਦ ਵਰਲਡ ਨੋ ਵਨ ਵਿਲ ਰਿਸਪੈਕਟ ਅਸ ਕਿਉਂਕਿ ਸਾਨੂੰ ਉਹ ਕਹਿੰਦੇ ਨੇ ਕਿ ਮੈਨੂੰ ਵਿਸ਼ਵਾਸ ਹੈ ਕਿ ਜਦ ਤੱਕ ਇੰਡੀਆ ਸਭ ਦੇ ਬਰਾਬਰ ਖੜਾ ਨਹੀਂ ਹੋਏਗਾ ਉਦੋਂ ਤੱਕ ਸਾਡੀ ਕੋਈ ਵੀ ਰਿਸਪੈਕਟ ਨਹੀਂ ਕਰੇਗਾ ਓਨਲੀ ਸਟਰੈਂਥ ਰਿਸਪੈਕਟ ਸਟਰੈਂਥ ਸਿਰਫ ਤਾਕਤ ਹੀ ਤਾਕਤ ਦੀ ਰਿਸਪੈਕਟ ਕਰਦੀ ਹੈ we must be strong not only as military power but also as an economic power ਤਾਂ ਉਹ ਕਹਿ ਰਹੇ ਨੇ ਕਿ ਸਾਨੂੰ ਨਾ ਸਿਰਫ ਮਿਲਟਰੀ ਪਾਵਰ ਸਾਡੇ ਕੋਲ ਹੋਣੀ ਚਾਹੀਦੀ ਹੈ ਬਟ ਵੀ ਸ਼ੁੱਡ ਹੈਵ ਇਕਨੋਮਿਕ ਪਾਵਰ ਆਲਸੋ ਸੀ ਸਾਡੀ ਮਿਲਟਰੀ ਵੀ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਸਾਡੇ ਕੋਲ ਪੈਸਾ ਵੀ ਹੋਣਾ ਚਾਹੀਦਾ ਹੈ ਬੋਥ ਮਸਟ ਗੋ ਹੈਂਡ ਇਨ ਹੈਂਡ ਦੋਵੇਂ ਚੀਜ਼ਾਂ ਮਿਲਟਰੀ ਪਾਵਰ ਐਂਡ ਇਕਨੋਮਿਕ ਪਾਵਰ ਦੋਵੇਂ ਨਾਲ ਨਾਲ ਚੱਲਦੀਆਂ ਨੇ ਸੋ ਹੀ ਸੇਇੰਗ ਦੈਟ ਮਾਈ ਗੁੱਡ ਫੋਰਚੂਨ ਵਾਸ ਟੂ ਹੈਵ ਵਰਕ ਵਿਦ 3 ਗ੍ਰੇਟ ਮਾਈਂਡਸ ਉਹ ਸਾਨੂੰ ਦੱਸ ਰਹੇ ਨੇ ਕਿ ਉਹ ਕਹਿ ਰਹੇ ਨੇ ਕਿ ਮੇਰੀ ਬਹੁਤ ਵਧੀਆ ਕਿਸਮਤ ਸੀ ਕਿ ਮੈਂ 3 ਲੋਕਾਂ ਨਾਲ ਬਹੁਤ ਵਧੀਆ ਲੋਕਾਂ ਨਾਲ ਕੰਮ ਕੀਤਾ ਉਹ 3 ਲੋਕ ਕੌਣ ਸੀ ਡਾਕਟਰ ਵਿਕਰਮ ਸਾਰਾਭਾਈ ਆਫ ਦ ਡਿਪਾਰਟਮੈਂਟ ਆਫ ਸਪੇਸ Professor Satish Dhawan who succeeded him and Dr. Brahm Prakash father of nuclear material ਤਾਂ ਇਹਨਾਂ ਤਿੰਨਾਂ ਲੋਕਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ I was lucky to have worked with all 3 of them closely ਤਾਂ ਉਹਨਾਂ ਨੇ ਤਿੰਨਾਂ ਨਾਲ ਬਹੁਤ ਕਲੋਜ਼ ਰਹਿ ਕੇ ਬਹੁਤ ਨੇੜੇ ਰਹਿ ਕੇ ਕੰਮ ਕੀਤਾ and consider this the great opportunity of my life ਤੇ ਉਹ ਇਸ ਨੂੰ ਆਪਦੀ ਲਾਈਫ ਦੀ ਬਹੁਤ ਵੱਡੀ opportunity ਬਹੁਤ ਵੱਡਾ ਮੌਕਾ ਸਮਝਦੇ ਨੇ so we have so many amazing success stories but we refuse to acknowledge them ਕਹਿ ਰਹੇ ਨੇ ਕਿ ਸਾਡੇ ਦੇਸ਼ ਦੀਆਂ ਬਹੁਤ ਸਾਰੀ ਸਕਸੈਸ ਸਟੋਰੀਜ਼ ਨੇ ਸਾਨੂੰ ਬਹੁਤ ਕਾਮਯਾਬੀਆਂ ਅਸੀਂ ਹਾਸਿਲ ਕੀਤੀਆਂ ਬਟ ਅਸੀਂ ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ ਵਾਏ ਕਿਉਂ ਵੀ ਆਰ ਦ ਫਸਟ ਇਨ ਮਿਲਕ ਪ੍ਰੋਡਕਸ਼ਨ ਦੁੱਧ ਦੀ ਪੈਦਾਵਾਰ ਦੇ ਵਿੱਚ ਸਾਡਾ ਅਸੀਂ ਨੰਬਰ 1 ਹਾਂ ਪੂਰੀ ਦੁਨੀਆ ਦੇ ਵਿੱਚ ਸਾਡਾ ਨੰਬਰ 1 ਹੈ ਵੀ ਆਰ ਨੰਬਰ 1 ਇਨ ਰਿਮੋਟ ਸੈਂਸਿੰਗ ਸੈਟੇਲਾਈਟਸ ਬਣਾਉਣ ਦੇ ਵਿੱਚ ਵੀ ਅਸੀਂ ਨੰਬਰ 1 ਹਾਂ ਵੀ ਆਰ ਦ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਵੀਟ ਕਣਕ ਦੇ ਵਿੱਚ ਵੀ ਕਣਕ ਦੀ ਪੈਦਾਵਾਰ ਦੇ ਵਿੱਚ ਵੀ ਸਾਡਾ ਦੇਸ਼ ਦੂਜੇ ਨੰਬਰ 'ਤੇ ਆਉਂਦਾ ਹੈ ਵੀ ਆਰ ਦ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਰਾਈਸ ਚਾਵਲ ਜਿਹੜੇ ਬਣਦੇ ਨੇ ਜਿਹਨੂੰ ਅਸੀਂ ਜੀਰੀ ਵੀ ਕਹਿ ਦਿੰਦੇ ਹਾਂ ਝੋਨਾ ਵੀ ਕਹਿ ਦਿੰਦੇ ਹਾਂ ਉਹਦੇ ਵਿੱਚ ਜਿਹੜਾ ਸਾਡਾ ਦੇਸ਼ ਹੈ ਉਹ ਵੀ ਦੂਜੇ ਨੰਬਰ 'ਤੇ ਆਉਂਦਾ ਹੈ ਅਨਦਰ ਕੁਐਸਚਨ ਵਾਈ ਆਰ ਵੀ ਐਜ਼ ਅ ਨੇਸ਼ਨ ਸੋ ਅਬਸੈਸਡ ਵਿਦ ਫੋਰਨ ਥਿੰਗਸ ਤਾਂ ਉਹ ਕਹਿ ਰਹੇ ਨੇ ਇੰਨੀਆਂ ਅਚੀਵਮੈਂਟਸ ਤੋਂ ਬਾਅਦ ਜਦੋਂ ਸਾਡੇ ਦੇਸ਼ ਦੀਆਂ ਇੰਨੀਆਂ ਅਚੀਵਮੈਂਟਸ ਨੇ ਸਟਿਲ ਵੀ ਆਰ ਅਬਸੈਸਡ ਵਿਦ ਫੋਰਨ ਥਿੰਗਸ ਸਾਨੂੰ ਫਿਰ ਵੀ ਲੱਗਦਾ ਕਿ ਫੋਰਨ ਬੈਟਰ ਹੈ ਵਾਈ ਡੂ ਵੀ ਵਾਂਟ ਫੋਰਨ ਟੀਵੀਜ਼ ਸਾਨੂੰ ਹਰ ਚੀਜ਼ ਫੋਰਨ ਦੀ ਕਿਉਂ ਚਾਹੀਦੀ ਹੈ ਫੋਰਨ ਦੇ ਟੀਵੀ ਸਾਨੂੰ ਕਿਉਂ ਚਾਹੀਦਾ ਹੈ ਵਾਈ ਡੂ ਵੀ ਵਾਂਟ ਫੋਰਨ ਸ਼ਰਟਸ ਸਾਨੂੰ ਫੋਰਨ ਦੀ ਸ਼ਰਟਸ ਕਿਉਂ ਚਾਹੀਦੀਆਂ ਨੇ ਵਾਈ ਡੂ ਵੀ ਵਾਂਟ ਫੋਰਨ ਟੈਕਨੋਲੋਜੀ ਸਾਨੂੰ ਫੋਰਨ ਦੀ ਟੈਕਨੋਲੋਜੀ ਕਿਉਂ ਚਾਹੀਦੀ ਹੈ ਵਾਈ ਦਿਸ ਓਬਸੈਸ਼ਨ ਵਿਦ ਐਵਰੀਥਿੰਗ ਇੰਪੋਰਟਡ ਸਾਨੂੰ ਹਰ ਚੀਜ਼ ਇੰਪੋਰਟਡ ਕਿਉਂ ਚਾਹੀਦੀ ਹੈ ਸੋ ਹੇਅਰ ਯੂ ਸੀ ਦੈਟ ਇੰਪੋਰਟਡ ਦਿਸ ਇਜ਼ ਦ ਵਰਡ ਇੰਪੋਰਟਡ ਅਤੇ ਇੱਕ ਵਰਡ ਹੁੰਦਾ ਬੇਟਾ ਇੰਪੋਰਟੈਂਟ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਹੜੇ ਇੰਪੋਰਟਡ ਅਤੇ ਇੰਪੋਰਟਡ ਵਰਡ ਦੇ ਵਿੱਚ ਕਨਫਿਊਜ਼ ਹੁੰਦੇ ਨੇ ਇੰਪੋਰਟੈਂਟ ਵਰਡ ਕੀ ਹੁੰਦਾ ਜਿਹੜਾ ਮਹੱਤਵਪੂਰਨ ਜੇ ਆਪਾਂ ਕਹਿੰਦੇ ਹਾਂ ਕਿ ਇਹ ਵਾਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ ਉਹ ਮਹੱਤਵਪੂਰਨ ਹੁੰਦਾ ਉਹ ਇਹ ਇੰਪੋਰਟੈਂਟ ਨਹੀਂ ਹੁੰਦਾ ਇਹ ਵਾਲਾ ਇੰਪੋਰਟੈਂਟ ਦਾ ਕੀ ਮੀਨਿੰਗ ਹੈ ਦਿਸ ਵਨ ਇਟ ਮੀਨ ਜਿਹੜੀ ਚੀਜ਼ ਕੋਈ ਬਾਹਰੋਂ ਆ ਰਹੀ ਹੈ ਥਿੰਗਸ ਵਿਚ ਆਰ ਕਮਿੰਗ ਫਰੋਮ ਫੋਰਨ ਕੰਟਰੀਜ਼ ਦੇ ਆਰ ਕਾਲਡ ਇੰਪੋਰਟੈਂਟ ਸੋ ਡੂ ਵੀ ਨਾਟ ਰਿਅਲਾਈਜ਼ ਦੈਟ ਸੈਲਫ ਰਿਸਪੈਕਟ ਕਮਸ ਵਿਦ ਸੈਲਫ ਰਿਲਾਇੰਸ ਕਹਿੰਦੇ ਕਿ ਸਾਨੂੰ ਇਹ ਪਤਾ ਨਹੀਂ ਹੈ ਕਿ ਜਿਹੜੀ ਸੈਲਫ ਰਿਸਪੈਕਟ ਹੈ ਆਤਮ ਸਨਮਾਨ ਜਿਹੜਾ ਹੈ ਉਹ ਆਤਮ ਨਿਰਭਰਤਾ ਨਾਲ ਹੀ ਪੈਦਾ ਹੁੰਦਾ ਹੈ I was in Hyderabad giving this lecture when a 14-year-old girl asked me for my autograph. ਦੱਸ ਰਹੇ ਨੇ ਕਿ ਮੈਂ ਜਦੋਂ ਹੈਦਰਾਬਾਦ ਦੇ ਵਿੱਚ ਲੈਕਚਰ ਦੇ ਰਿਹਾ ਸੀ ਅਤੇ ਇੱਕ 14 ਸਾਲ ਦੀ ਕੁੜੀ ਮੇਰੇ ਕੋਲ ਆਈ ਅਤੇ ਉਹਨੇ ਮੇਰੇ ਤੋਂ ਆਟੋਗ੍ਰਾਫ ਮੰਗਿਆ ਆਈ ਆਸਕਡ her what her goal in life is ਉਹਨੇ ਪੁੱਛਿਆ ਵੀ ਮੇਰਾ ਗੋਲ ਕੀ ਹੈ ਲਾਈਫ 'ਚ she replied I want to live in a developed India ਕਿ ਮੈਂ ਇੱਕ ਵਿਕਸਿਤ ਭਾਰਤ ਵਿੱਚ ਰਹਿਣਾ ਚਾਹੁੰਦੀ ਹਾਂ for her you and I will have to build this developed India ਕਹਿੰਦੇ ਉਸ ਬੱਚੇ ਦੇ ਲਈ ਤੁਹਾਨੂੰ ਅਤੇ ਮੈਨੂੰ ਮਿਲ ਕੇ ਦੇਸ਼ ਨੂੰ ਵਿਕਸਿਤ ਦੇਸ਼ ਬਣਾਉਣਾ ਪਏਗਾ ਯੂ ਮਸਟ ਪ੍ਰੋਕਲੇਮ ਤੁਹਾਨੂੰ ਘੋਸ਼ਣਾ ਕਰਨੀ ਚਾਹੀਦੀ ਹੈ ਇੰਡੀਆ ਇਜ਼ ਨੋਟ ਐਨ ਅੰਡਰ ਡਿਵੈਲਪਡ ਨੇਸ਼ਨ ਇੰਡੀਆ ਵਿਕਾਸਸ਼ੀਲ ਦੇਸ਼ ਨਹੀਂ ਹੈ ਇੰਡੀਆ ਇਜ਼ ਅ ਹਾਈਲੀ ਡਿਵੈਲਪਡ ਨੇਸ਼ਨ ਇੱਕ ਵਿਕਸਿਤ ਦੇਸ਼ ਹੈ ਡੂ ਯੂ ਹੈਵ 10 ਮਿੰਟਸ ਉਹ ਸਾਡੇ ਤੋਂ ਪੁੱਛਦੇ ਨੇ ਕਿ ਤੁਹਾਡੇ ਕੋਲ 10 ਮਿੰਟ ਨੇ ਅਲਾਓ ਮੀ ਟੂ ਟੇਕ ਯੂ ਵਿਦ ਅ ਵੈਂਜੈਂਸ ਗਿਵ 10 ਮਿੰਟਸ ਫॉर ਯਰ ਕੰਟਰੀ ਐਂਡ ਰੀਡ ਔਨ ਕਹਿੰਦੇ 10 ਮਿੰਟ ਆਪਣੇ ਦੇਸ਼ ਲਈ ਦਿਓ ਅਤੇ ਪੜ੍ਹੋ ਯੂ ਸੇ ਦੈਟ ਆਵਰ ਗਵਰਨਮੈਂਟ ਇਜ਼ ਇਨਐਫੀਸ਼ੀਐਂਟ ਤੁਸੀਂ ਕਹਿੰਦੇ ਹੋ ਕਿ ਸਾਡੀ ਸਰਕਾਰ ਬੇਕਾਰ ਹੈ You say that our laws are too old
ਸਾਡੇ ਜਿਹੜੇ ਕਾਨੂੰਨ ਨੇ ਉਹ ਬਹੁਤ ਪੁਰਾਣੇ ਨੇ। ਯੂ ਸੇ ਦੈਟ ਦਿਸ ਮਿਊਨਿਸਪੈਲਿਟੀ ਡਜ਼ ਨਾਟ ਪਿਕ ਅਪ ਦ ਗਾਰਬੇਜ, ਤੁਸੀਂ ਕਹਿੰਦੇ ਹੋ ਕਿ ਜਿਹੜੀ ਮਿਊਨਿਸਪੈਲਿਟੀ ਆ ਉਹ ਕੂੜਾ ਕਰਕਟ ਨਹੀਂ ਚੱਕਦੀ। ਯੂ ਸੇ ਦੈਟ ਦ ਫੋਨਸ ਡੂ ਨਾਟ ਵਰਕ, ਤੁਸੀਂ ਕਹਿੰਦੇ ਹੋ ਫੋਨ ਨਹੀਂ ਚੱਲਦੇ, ਨੈਟਵਰਕ ਨਹੀਂ ਹੈ। ਰੇਲਵੇਜ਼ ਆਰ ਅ ਜੋਕ, ਰੇਲਵੇਜ਼ ਮਜ਼ਾਕ ਬਣੀਆਂ ਪਈਆਂ ਨੇ। ਦ ਏਅਰਲਾਈਨ ਇਜ਼ ਦ ਵਰਸਟ ਇਨ ਦ ਵਰਲਡ, ਜਿਹੜੀ ਏਅਰਲਾਈਨ ਹੈ ਉਹ ਵੀ ਦੁਨੀਆ ਦੀ ਸਭ ਤੋਂ ਬੇਕਾਰ ਹੈ। ਯੂ ਸੇ ਦੈਟ ਮੇਲਸ ਨੈਵਰ ਰੀਚ ਦੇਅਰ ਡੈਸਟੀਨੇਸ਼ਨ, ਤੁਸੀਂ ਕਹਿੰਦੇ ਹੋ ਕਿ ਜਿਹੜੀ ਮੇਲਸ ਨੇ, ਜਿਹੜੀ ਚਿੱਠੀਆਂ ਨੇ, ਉਹ ਆਪਣੇ ਪਤੇ 'ਤੇ ਨਹੀਂ ਪਹੁੰਚਦੀਆਂ, ਡੈਸਟੀਨੇਸ਼ਨ। ਯੂ ਸੇ ਦੈਟ ਆਰ ਕੰਟਰੀ ਹੈਜ਼ ਬੀਨ ਫੈਡ ਟੂ ਦ ਡੌਗਸ ਐਂਡ ਇਜ਼ ਇਨ ਐਬਸੋਲਿਊਟ ਪਿਟਸ, ਕਿ ਜਿਹੜਾ ਸਾਡਾ ਦੇਸ਼ ਹੈ ਉਹ ਬਿਲਕੁਲ ਖਤਮ ਹੋ ਚੁੱਕਾ ਹੈ। ਫੈਡ ਟੂ ਦ ਡੌਗਸ ਇਜ਼ ਐਨ ਇਡੀਓਮੈਟਿਕ ਐਕਸਪ੍ਰੈਸ਼ਨ, ਇਹ ਕੀ ਹੈ? ਇੱਕ ਇਡੀਓਮੈਟਿਕ ਐਕਸਪ੍ਰੈਸ਼ਨ ਹੈ। ਫੈਡ ਟੂ ਦ ਡੌਗਸ ਇਜ਼ ਇਨ ਐਬਸੋਲਿਊਟ ਪਿਟਸ, ਇਹਦਾ ਕੀ ਮਤਲਬ ਹੈ ਕਿ ਜਿਹੜਾ ਸਾਡਾ ਦੇਸ਼ ਹੈ ਉਹ ਬਿਲਕੁਲ ਖਤਮ ਹੋ ਚੁੱਕਾ ਹੈ। ਯੂ ਸੇ ਐਂਡ ਸੇ ਵਾਟ ਡੂ ਯੂ ਡੂ ਅਬਾਊਟ ਇਟ, ਉਹ ਕਹਿੰਦੇ ਤੁਸੀਂ ਕਹਿੰਦੇ ਹੋ ਅਤੇ ਕਹਿੰਦੇ ਹੋ ਅਤੇ ਕਹਿੰਦੇ ਹੀ ਰਹਿੰਦੇ ਹੋ, ਤੁਸੀਂ ਕਰਦੇ ਕੀ ਹੋ? ਟੇਕ ਅ ਪਰਸਨ ਔਨ ਹਿਜ਼ ਵੇ ਟੂ ਸਿੰਗਾਪੁਰ, ਇੱਕ ਬੰਦਾ ਲਓ ਜਿਹੜਾ ਸਿੰਗਾਪੁਰ ਜਾ ਰਿਹਾ। ਗਿਵ ਹਿਮ ਅ ਨੇਮ ਯੋਰਸ, ਤੁਸੀਂ ਮੰਨੋ ਕਿ ਤੁਸੀਂ ਜਾ ਰਹੇ ਹੋ, ਉਹਨੂੰ ਆਪਦਾ ਨਾਮ ਦਿਓ। ਗਿਵ ਹਿਮ ਅ ਫੇਸ ਯੋਰਸ, ਤੁਹਾਡਾ ਚਿਹਰਾ। ਯੂ ਵਾਕ ਆਊਟ ਆਫ ਦ ਏਅਰਪੋਰਟ ਐਂਡ ਯੂ ਆਰ ਐਟ ਯੋਰ ਇੰਟਰਨੈਸ਼ਨਲ ਬੈਸਟ, ਤੁਸੀਂ ਏਅਰਪੋਰਟ ਤੋਂ ਬਾਹਰ ਨਿਕਲਦੇ ਹੋ ਐਂਡ ਯੂ ਆਰ ਐਟ ਯੋਰ ਇੰਟਰਨੈਸ਼ਨਲ ਬੈਸਟ, ਤੁਸੀਂ ਆਪਣੇ ਬੈਸਟ ਰੂਪ ਦੇ ਵਿੱਚ ਹੋ। ਇਨ ਸਿੰਗਾਪੁਰ